सरफरोशी की तमन्ना अब हमारे दिल में है, देखना है जोर कितना बाजुए कातल में है। वक्त आने पर बता देंगे तुझे ए आसमां, हम अभी से क्या बताएं क्या हमारे दिल में है, क्या हमारे दिल में है। देश भगत यादगार हाल जलंधर उन्हां सूरवीर गदरी योद्धिਆਂ ਦੀ ਯਾਦ ਵਿੱਚ ਉਸਰਿਆ ਹੈ ਜਿਨ੍ਹਾਂ ਦੇਸ਼ ਨੂੰ ਸਾਮਰਾਜੀ ਜਕੜ ਤੋਂ ਮੁਕਤ ਕਰਨ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਇਹ ਹਾਲ ਆਪਣੇ ਅੰਦਰ ਗਦਰ ਪਾਰਟੀ ਦੇ ਹੈੱਡਕੁਆਰਟਰ ਜੁਗਾਂਤਰ ਆਸ਼ਰਮ ਦਾ ਉਹ ਵਿਸ਼ਾਲ ਅਤੇ ਊਚ ਨੀਚ ਤੋਂ ਰਹਿਤ ਸਮਾਜ ਵਿਗਿਆਨਕ ਪ੍ਰਗਤੀ ਸੈਕੂਲਰ ਅਤੇ ਸੋਸ਼ਲਿਸਟ ਨਿਜ਼ਾਮ ਦੀ ਸਿਰਜਣਾ ਲਈ ਆਪਣੇ ਲਹੂ ਨਾਲ ਲਿਖਿਆ ਹੈ। 4 ਏਕੜ ਦੇ ਰਕਬੇ ਵਿੱਚ ਉਸਰੇ ਇਸ ਕੰਪਲੈਕਸ ਅੰਦਰ ਬਾਬਾ ਜਵਾਲਾ ਸਿੰਘ ਆਡੀਟੋਰੀਅਮ, ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਬੀਬੀ ਗੁਲਾਬ ਕੌਰ ਸੈਮੀਨਾਰ ਹਾਲ, ਕਿਤਾਬ ਘਰ, ਰੀਡਿੰਗ ਰੂਮ, ਭਾਈ ਸੰਤੋਖ ਸਿੰਘ ਲਾਇਬ੍ਰੇਰੀ ਹੈ ਜਿੱਥੇ ਅਖਬਾਰਾਂ ਰਸਾਲਿਆਂ ਤੋਂ ਇਲਾਵਾ 30,000 ਦੇ ਕਰੀਬ ਕਿਤਾਬਾਂ ਹਨ। ਇਸ ਨਾਲ ਇੱਕ ਵੱਖਰਾ ਖੋਜ ਕੇਂਦਰ ਹੈ ਜਿਸ ਵਿੱਚ ਮੁੱਖ ਤੌਰ 'ਤੇ ਗਦਰੀ ਲਹਿਰ ਅਤੇ ਇਸ ਨਾਲ ਸੰਬੰਧਿਤ ਵੱਖ-ਵੱਖ ਲਹਿਰਾਂ ਦਾ ਇਤਿਹਾਸ ਮੌਜੂਦ ਹੈ। ਇਸ ਵਿੱਚ ਉਸ ਵੇਲੇ ਦੇ ਅਖਬਾਰਾਂ, ਹੱਥ ਲਿਖਤਾਂ, ਦੇਸ਼ ਭਗਤਾਂ 'ਤੇ ਚੱਲੇ ਮੁਕੱਦਮਿਆਂ ਦੀਆਂ ਫਾਈਲਾਂ ਅਤੇ ਹੋਰ ਅਹਿਮ ਦਸਤਾਵੇਜ਼ ਮੌਜੂਦ ਹਨ ਅਤੇ ਇਨਕਲਾਬੀ ਸੂਰਵੀਰਾਂ ਦੀਆਂ ਤਸਵੀਰਾਂ 'ਤੇ ਆਧਾਰਿਤ ਇੱਕ ਗਦਰੀ ਮਿਊਜ਼ੀਅਮ ਸਥਾਪਿਤ ਹੈ ਜਿਸ ਵਿੱਚ ਆਜ਼ਾਦੀ ਸੰਗਰਾਮ ਦੇ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਵੇਲੇ ਪੰਜਾਬ ਉੱਤੇ ਅੰਗਰੇਜ਼ਾਂ ਦੇ 1849 ਕਬਜ਼ੇ ਵੇਲੇ ਤੋਂ ਹੀ ਭਾਈ ਮਹਾਰਾਜ ਸਿੰਘ ਵੱਲੋਂ ਸੰਘਰਸ਼, 1857 ਦੀ ਪਹਿਲੀ ਲੜਾਈ, 1872 ਦਾ ਕੂਕਾ ਅੰਦੋਲਨ, 1905 ਦੀ ਪਗੜੀ ਸੰਭਾਲ ਜੱਟਾ ਲਹਿਰ, ਹਾਰਡਿੰਗ ਬੰਬ ਕੇਸ, 1913 ਵਿੱਚ ਗਦਰ ਪਾਰਟੀ ਦੀ ਸਥਾਪਨਾ ਤੋਂ ਲੈ ਕੇ ਆਜ਼ਾਦ ਹਿੰਦ ਫੌਜ ਤੱਕ ਚੱਲੀਆਂ ਵੱਖ-ਵੱਖ ਲਹਿਰਾਂ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ, ਉਮਰ ਕੈਦੀਆਂ ਅਤੇ ਜੇਲ੍ਹਾਂ ਵਿੱਚ ਤਸੀਹੇ ਝੱਲਣ ਵਾਲੇ ਦੇਸ਼ ਭਗਤਾਂ ਦੀਆਂ 400 ਦੇ ਕਰੀਬ ਤਸਵੀਰਾਂ ਲੱਗੀਆਂ ਹੋਈਆਂ। ਇਹ ਤਸਵੀਰ ਹੈੱਡਕੁਆਰਟਰ ਹਿੰਦੁਸਤਾਨ ਗਦਰ ਪਾਰਟੀ ਦੀ ਹੈ ਜਿਸ ਨੂੰ ਕਿ ਜੁਗਾਂਤਰ ਆਸ਼ਰਮ ਵੀ ਕਿਹਾ ਜਾਂਦਾ ਸੀ। ਇਹ 5 ਵੁੱਡ ਸਟਰੀਟ, ਸਾਨ ਫਰਾਂਸਿਸਕੋ, USA ਵਿੱਚ ਸੀ। ਇਸ ਆਸ਼ਰਮ ਤੋਂ ਭਾਵ ਗਦਰ ਪਾਰਟੀ ਦੇ ਹੈੱਡਕੁਆਰਟਰ ਤੋਂ ਗਦਰ ਲਹਿਰ ਦੀਆਂ ਸਾਰੀਆਂ ਕਾਰਵਾਈਆਂ ਚਲਾਈਆਂ ਜਾਂਦੀਆਂ ਸੀ। ਆਓ ਆਪਾਂ ਦੇਖੀਏ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪ੍ਰਿੰਟਿੰਗ ਪ੍ਰੈਸ ਦਾ ਉਹ ਮਾਡਲ ਜਿੱਥੇ ਗਦਰੀ ਅਖਬਾਰ ਅਤੇ ਹੋਰ ਗਦਰੀ ਸਾਹਿਤ ਛਾਪਿਆ ਜਾਂਦਾ ਸੀਗਾ। ਇਹ ਉਸ ਪ੍ਰਿੰਟਿੰਗ ਪ੍ਰੈਸ ਦਾ ਮਾਡਲ ਹੈ ਜਿਸ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਹੱਥੀਂ ਗੇੜਿਆ ਕਰਦਾ ਸੀ। ਇਹ ਤਸਵੀਰ ਗਦਰ ਲਹਿਰ ਵੱਲੋਂ ਛਾਪੀ ਜਾਂਦੀ ਗਦਰ ਅਖਬਾਰ ਦਾ ਫਰੰਟ ਪੇਜ ਹੈ। ਇੱਥੇ ਤੁਸੀਂ ਸਾਫ਼ ਪੜ੍ਹ ਸਕਦੇ ਹੋ, ਜੇ ਚਿੱਤ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਪੰਜਾਬੀ ਵਰਸ਼ਨ ਹੈ। ਨਾਲ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਇਸੇ ਅਖਬਾਰ ਦਾ ਜਿਹੜਾ ਉਰਦੂ ਭਾਸ਼ਾ ਦੇ ਵਿੱਚ ਜਿਹੜਾ ਉਹ ਛਾਪਿਆ ਜਾਂਦਾ ਸੀਗਾ। ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਅਖਬਾਰ ਆ ਦਾ ਯੂਨਾਈਟਿਡ ਸਟੇਟਸ ਆਫ ਇੰਡੀਆ, ਵੋਲੀਅਮ 1, ਜੁਲਾਈ 1923 ਦਾ ਜਿਹੜਾ ਆ ਉਹ ਉਸ ਅਖਬਾਰ ਦਾ ਫਰੰਟ ਜਿਹੜਾ ਵਰਸ਼ਨ ਦਿੱਤਾ ਗਿਆ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਉਸ ਲਾਹੌਰ ਸੈਂਟਰਲ ਜੇਲ੍ਹ ਦਾ ਵੀ ਮਾਡਲ ਬਣਾਇਆ ਗਿਆ ਹੈ ਜਿਹੜਾ ਕਿ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ। ਇਹ ਲਾਹੌਰ ਸੈਂਟਰਲ ਜੇਲ੍ਹ ਦਾ ਉਹੀ ਮਾਡਲ ਹੈ ਅਤੇ ਇਨਸਿਟ ਵਿੱਚ ਤੁਸੀਂ ਅਦਾਲਤ ਜੋ ਲਾਹੌਰ ਸੈਂਟਰਲ ਜੇਲ੍ਹ ਵਿੱਚ ਲਗਾਈ ਜਾਂਦੀ ਸੀ ਉਸ ਦਾ ਵੀ ਮਾਡਲ ਜਿਹੜਾ ਉਹ ਦੇਖ ਸਕਦੇ ਹੋ। ਇਸ ਮਾਡਲ ਦੇ ਵਿੱਚ ਜੋ ਤੁਸੀਂ ਸੈਂਟਰਲ ਜੇਲ੍ਹ ਦੇਖੀ ਹੈ, ਇਸੇ ਸੈਂਟਰਲ ਜੇਲ੍ਹ ਦੇ ਵਿੱਚ ਇੱਕ
ਲਾਹੌਰ ਸੈਂਟਰਲ ਜੇਲ੍ਹ ਜਿਸ ਦਾ ਨਾਂ ਸੀਗਾ, ਇਸ ਜੇਲ੍ਹ ਦੇ ਵਿੱਚ ਇੱਕ ਫਾਂਸੀ ਦਾ ਤਖਤਾ ਬਣਾਇਆ ਗਿਆ ਸੀ, ਜਿਸ ਉੱਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਗਦਰੀ ਔਰ ਬੱਬਰ ਸੂਰਮੇ ਔਰ ਹੋਰ ਸੁਤੰਤਰਤਾ ਸੰਗਰਾਮੀ ਨੂੰ ਫਾਂਸੀ ਲਗਾਇਆ ਗਿਆ ਸੀ। ਹੈਨ ਹੂ ਬਹੂ ਉਸ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚੋਂ ਇਹ ਜਿਹੜਾ ਮਾਡਲ ਆ, ਇਹ ਤੁਸੀਂ ਦੇਖ ਰਹੇ ਹੋ। ਅਗਲੀ ਤਸਵੀਰ ਸੈਲੂਲਰ ਜੇਲ੍ਹ ਦੀ ਹੈ, ਜਿਹੜੀ ਕਿ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਸੀ, ਜਿਸ ਨੂੰ ਕਿ ਕਾਲਾ ਪਾਣੀ ਵੀ ਕਿਹਾ ਜਾਂਦਾ ਸੀਗਾ। ਸੈਂਕੜੇ ਸੁਤੰਤਰਤਾ ਸੰਗਰਾਮੀ ਇਸ ਜੇਲ੍ਹ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਕੇ, ਕਿਉਂਕਿ ਜਿਹੜੇ ਉਸ ਵੇਲੇ ਬ੍ਰਿਟਿਸ਼ ਸਰਕਾਰ ਸੀ, ਅੰਗਰੇਜ਼ ਸਰਕਾਰ ਸੀ, ਉਹਨਾਂ ਨੂੰ ਜਾਨਲੇਵਾ ਜਿਹੜੇ ਆ ਤਸੀਹੇ ਇਸ ਜੇਲ੍ਹ ਦੇ ਵਿੱਚ ਦਿੱਤੇ ਗਏ। ਇਹ ਤਸਵੀਰ ਉਹਨਾਂ ਦੇਸ਼ ਭਗਤਾਂ ਦੀ ਹੈ ਜੋ 1938 ਵਿੱਚ ਕਿਸਾਨ ਮੋਰਚੇ ਸਮੇਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿੱਚ ਜਕੜੇ ਦੇਸ਼ ਭਗਤ ਸੰਗਰਾਮੀਆਂ ਦੀ ਹੈ, ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਵਿੱਚ ਤਸਵੀਰ ਹੈ ਸੰਤਾ ਸਿੰਘ ਗੰਡੀਵਿੰਡ ਦੀ, ਦਰਸ਼ਨ ਸਿੰਘ ਫੇਰੂਮਾਨ, ਕਾਮਰੇਡ ਫੌਜਾ ਸਿੰਘ ਜੀ, ਬਾਬਾ ਸੋਹਣ ਸਿੰਘ ਭਗਨਾ ਜੀ ਤੇ ਕਰਮ ਸਿੰਘ ਚੀਮਾ ਜੀ। ਇਹ ਤਸਵੀਰ ਉਹਨਾਂ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੀ ਹੈ। ਇਹਨਾਂ ਵਿੱਚ ਸ਼ਹੀਦ ਕਰਮ ਸਿੰਘ, ਸ਼ਹੀਦ ਨੰਦ ਸਿੰਘ ਜੀ, ਸ਼ਹੀਦ ਸੰਤਾ ਸਿੰਘ ਜੀ, ਸ਼ਹੀਦ ਕਿਸ਼ਨ ਸਿੰਘ ਬੜਿੰਗ ਜਲੰਧਰ, ਸ਼ਹੀਦ ਦਲੀਪ ਸਿੰਘ ਹਯਾਤਪੁਰ ਹੁਸ਼ਿਆਰਪੁਰ ਵਾਲੇ ਅਤੇ 3 ਬੱਬਰ ਅਕਾਲੀ ਸ਼ਹੀਦਾਂ ਦੀ ਹੈ। ਪਹਿਲੀ ਸਿੱਖ ਐਂਗਲੋ ਵਾਰ ਅਤੇ ਦੂਜੀ ਸਿੱਖ ਐਂਗਲੋ ਵਾਰ ਤੋਂ ਬਾਅਦ 1849 ਨੂੰ ਅੰਗਰੇਜ਼ ਸਰਕਾਰ ਨੇ ਪੰਜਾਬ ਨੂੰ ਪੂਰਾ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ, ਪਰ ਬਹੁਤ ਸਾਰੇ ਜਰਨੈਲ ਜਿਹੜੇ ਦੇਸ਼ ਭਗਤ ਸੀਗੇ, ਉਹਨਾਂ ਵਿੱਚੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਮੇਵਾ ਮਾਖੇ ਖਾਨ, ਉਹਨਾਂ ਨੇ ਦੁਬਾਰਾ ਸੁਤੰਤਰਤਾ ਪ੍ਰਾਪਤੀ ਲਈ ਆਜ਼ਾਦੀ ਦੀ ਲੜਾਈ ਜਾਰੀ ਰੱਖੀ। ਤੇ ਇਹ ਜਿਹੜੀ ਗੈਲਰੀ ਹੈ ਸਿੱਖ ਇਤਿਹਾਸਕ ਮਿਊਜ਼ੀਅਮ ਦੀ, ਇਸ ਮਿਊਜ਼ੀਅਮ ਦੇ ਵਿੱਚ ਦਿਖਾਇਆ ਗਿਆ ਪਹਿਲੇ ਤੇ ਦੂਜੇ ਐਂਗਲੋ ਸਿੱਖ ਵਾਰ ਤੋਂ ਬਾਅਦ 1849 ਤੋਂ ਬਾਅਦ ਜਿਨ੍ਹਾਂ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦਿੱਤੀ, ਉਹਨਾਂ ਦੀਆਂ ਤਸਵੀਰਾਂ ਇਸ ਮਿਊਜ਼ੀਅਮ ਦੇ ਵਿੱਚ ਮੌਜੂਦ ਹਨ। 1857 ਦੀ ਆਜ਼ਾਦੀ ਲੜਾਈ ਸਮੇਂ ਜਿਹੜੇ ਹੋਰ ਪ੍ਰਮੁੱਖ ਸ਼ਹੀਦ ਸਨ, ਉਹਨਾਂ ਦੀਆਂ ਤਸਵੀਰਾਂ ਵੀ ਇੱਥੇ ਲਗਾਈਆਂ ਗਈਆਂ, ਜਿਨ੍ਹਾਂ ਵਿੱਚੋਂ ਰਾਏ ਅਹਿਮਦ ਖਾਂ ਖਰਲ, ਮੰਗਲ ਪਾਂਡੇ, ਬੇਗਮ ਹਜ਼ਰਤ ਮਹਲ, ਜਵਾਲਾ ਪ੍ਰਸਾਦ ਜੀ ਅਤੇ ਲక్ష్ਮੀ ਬਾਈ, ਜਿਸ ਨੂੰ ਕਿ ਝਾਂਸੀ ਦੀ ਰਾਣੀ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਫੋਟੋ ਗੈਲਰੀ ਵਿੱਚ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇਸ਼ ਭਗਤਾਂ ਦੀਆਂ, ਜਿਨ੍ਹਾਂ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਭਾਈ ਮਹਾਰਾਜ ਸਿੰਘ ਜੀ, ਦੀਵਾਨ ਮੂਲਰਾਜ, ਮੀਆਂ ਰਾਮ ਸਿੰਘ ਪਠਾਣੀਆਂ, ਰਾਜਾ ਸ਼ੇਰ ਸਿੰਘ, ਤੋਪਚੀ ਮਾਖੇ ਖਾਂ, ਜਿਨ੍ਹਾਂ ਨੇ ਆਪਣਾ ਜ਼ਿਕਰ ਜਿਹੜਾ ਸ਼ਾਹ ਮੁਹੰਮਦ ਨੇ ਜੰਗਨਾਮਾ ਹਿੰਦ ਅਤੇ ਫਰੰਗੀਆਂ ਵਿੱਚ ਵੀ ਕੀਤਾ। ਇਹ ਅੱਗੇ ਜਿਹੜੀ ਤਸਵੀਰ ਹੈ 1857 ਤੋਂ ਬਾਅਦ ਵਿਦਰੋਹ ਪਿੱਛੋਂ ਦਿੱਲੀ ਦਾ ਜੰਤਰ ਮੰਤਰ ਕਿਹੋ ਜਿਹਾ ਦਿਖਾਈ ਦੇ ਰਿਹਾ ਸੀ। ਲਖਨਊ ਵਿੱਚ ਮਾਰਦਾ ਵਾਰੀ ਦ੍ਰਿਸ਼, ਵਿਦਰੋਹ ਪਿੱਛੋਂ ਤਬਾਹ ਹੋਈ ਭਾਰਤ ਵਿੱਚ ਬਰਤਾਨੀਆ ਦੀ ਪਹਿਲੀ ਬੈਂਕ, ਤੇ ਅੱਗੇ ਤੁਸੀਂ ਦੇਖ ਰਹੇ ਹੋ 1857 ਦੇ ਵਿਦਰੋਹ ਦੌਰਾਨ ਹੋਈ ਤਬਾਹੀ ਨੂੰ ਦਰਸਾਉਂਦੀਆਂ ਕੁਝ ਦੁਰਲੱਭ ਤਸਵੀਰਾਂ, ਉਹ ਸਾਰੀਆਂ ਇਸ ਮਿਊਜ਼ੀਅਮ ਦੇ ਵਿੱਚ ਜਿਹੜੀਆਂ ਉਹ ਰੱਖੀਆਂ ਗਈਆਂ ਹਨ। ਇਹ ਜਿਹੜੀ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ, ਆਜ਼ਾਦੀ ਦੀ ਪਹਿਲੀ ਜੰਗ ਸਮੇਂ ਲੋਕਾਂ ਨੂੰ ਕਿਹੋ ਜਿਹੇ ਭਿਆਨਕ ਤਸੀਹੇ ਦਿੱਤੇ ਜਾਂਦੇ ਸੀ, ਇਸ ਤਸਵੀਰ ਵਿੱਚ ਦਿਖਾਇਆ ਗਿਆ। ਆਜ਼ਾਦੀ ਦੀ ਪਹਿਲੀ ਜੰਗ ਸਮੇਂ ਬਰਤਾਨੀਆ ਦੇ ਜ਼ੁਲਮਾਂ ਦੀ ਨਿਸ਼ਾਨੀ, ਲੋਕਾਂ ਨੂੰ ਉਸ ਵੇਲੇ ਜਨਤਕ ਤੌਰ ਤੇ ਫਾਂਸੀ ਦੇ ਦਿੱਤੀ ਜਾਂਦੀ ਸੀ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ। ਪਿਆਰੇ ਦਰਸ਼ਕੋ, ਇਸ ਗੈਲਰੀ ਦੇ ਵਿੱਚ ਹਜ਼ਾਰਾਂ ਉਹਨਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਆਜ਼ਾਦੀ ਲਈ ਜਾਂ ਸਾਡੇ ਸੁਨਹਿਰੀ ਭਵਿੱਖ ਲਈ ਕੁਰਬਾਨ ਕਰ ਦਿੱਤੀਆਂ। ਮਿਊਜ਼ੀਅਮ ਵਿੱਚ ਇੱਕ ਇਤਿਹਾਸਕ ਪੇਟੀ ਰੱਖੀ ਗਈ ਹੈ, ਜੋ ਗਦਰੀ ਬਾਬਾ ਹਰਜਾਪ ਸਿੰਘ ਜੀ ਦੀ ਨਿੱਜੀ ਪੇਟੀ ਹੈ, ਜਿਸ ਵਿੱਚ ਉਹ ਆਪਣੀਆਂ ਸਾਰੀਆਂ ਨਿੱਜੀ ਲਿਖਤਾਂ, ਨਿੱਜੀ ਕਿਤਾਬਾਂ ਅਤੇ ਹੋਰ ਸਾਰੇ ਦਸਤਾਵੇਜ਼ ਰੱਖਿਆ ਕਰਦੇ ਸੀ। ਇਸ ਮਿਊਜ਼ੀਅਮ ਵਿੱਚ
1857 ਦੀ ਆਜ਼ਾਦੀ ਦੀ ਲੜਾਈ ਸਮੇਂ ਉਹਨਾਂ ਫੌਜੀਆਂ ਦੀਆਂ ਅਸਥੀਆਂ ਰੱਖੀਆਂ ਗਈਆਂ ਹਨ, ਜਿਹੜੀਆਂ ਕਿ ਤੁਸੀਂ ਇੱਥੇ ਦੇਖ ਰਹੇ ਹੋ। ਜੋ ਇਹ ਅਸਥੀਆਂ ਉਹਨਾਂ ਸਿਪਾਹੀਆਂ ਦੀਆਂ ਹਨ ਜੋ ਗਦਰ ਸਮੇਂ ਅੰਗਰੇਜ਼ ਅਫਸਰਾਂ ਤੋਂ ਬਾਗੀ ਹੋ ਗਏ ਸਨ ਅਤੇ ਲਾਹੌਰ ਦੀ ਮੀਆਂ ਮੀਰ ਛਾਉਣੀ ਤੋਂ ਦੌੜ ਗਏ ਸਨ। ਉਹਨਾਂ ਨੂੰ ਰਾਵੀ ਦਰਿਆ ਦੇ ਕੋਲੋਂ ਫੜ ਕੇ ਅਜਨਾਲੇ ਕੋਲ ਰੱਖਿਆ ਗਿਆ ਅਤੇ ਅਜਨਾਲੇ ਇੱਕ ਖੂਹ ਦੇ ਵਿੱਚ ਤੁੰਨ ਦਿੱਤਾ ਗਿਆ ਅਤੇ ਹੁਮਸ ਦੇ ਕਾਰਨ, ਸਾਹ ਘੁੱਟਦੇ ਹੋਣ ਕਾਰਨ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। ਲੰਬੇ ਅਰਸੇ ਦੇ ਦੌਰਾਨ ਜਿਹੜੀਆਂ ਇਹ ਉਹਨਾਂ ਦੀਆਂ ਅਸਥੀਆਂ ਇੱਥੇ ਜਿਹੜੀਆਂ ਉਹ ਸੁਰੱਖਿਅਤ ਰੱਖੀਆਂ ਗਈਆਂ। ਇਸ ਮਿਊਜ਼ੀਅਮ ਦੇ ਵਿੱਚ ਸਰਦਾਰ ਊਧਮ ਸਿੰਘ ਦੀ ਜਿਹੜੀ ਕਿ ਆਖਰੀ ਵੇਲੇ ਉਹ ਹੀਰ ਵਾਰਿਸ ਸ਼ਾਹ ਪੜ੍ਹਦਾ ਹੁੰਦਾ ਸੀਗਾ, ਉਹਨੂੰ ਬੜਾ ਹੀਰ ਵਾਰਿਸ ਸ਼ਾਹ ਬੜੀ ਪੜ੍ਹਨੀ ਪਸੰਦ ਸੀ। ਇਹ ਜਿਹੜੀ ਕਾਪੀ ਆ ਇਸ ਮਿਊਜ਼ੀਅਮ ਦੇ ਵਿੱਚ ਰੱਖੀ ਗਈ ਆ। ਉਸ ਜਿਹੜੀ ਕਿਤਾਬ ਆ ਹੀਰ ਵਾਰਿਸ ਸ਼ਾਹ, ਉੱਤੇ ਊਧਮ ਸਿੰਘ ਦੇ ਸਾਈਨ ਵੀ ਹੈ ਅਤੇ ਇਹ ਕਾਪੀ ਉਹਨਾਂ ਨੇ ਆਪਣੇ ਦੋਸਤ IWA ਦੇ ਸਰਗਰਮ ਮੈਂਬਰ ਬਾਬੂ ਕਰਮ ਸਿੰਘ ਚੀਮਾ ਦੇ ਘਰ ਛੱਡ ਗਏ ਸਨ, ਜਦੋਂ ਉਹਨਾਂ ਨੇ ਕੈਕਸਟਨ ਹਾਲ ਦੇ ਵਿੱਚ ਮਾਈਕਲ ਅਡਵਾਇਰ ਨੂੰ ਗੋਲੀ ਮਾਰੀ ਸੀ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕੇਤੇ ਦਿਲਾਂ ਚੋਂ ਨਾ ਭੁਲਾ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕੇਤੇ ਦਿਲਾਂ ਚੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨਾ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਦ ਵਾਂਗ, ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਕਰਕੇ ਦੇਸ਼ ਦੇ ਨਾਲ ਤਰੋ ਯਾਰੋ, ਕਰਕੇ ਦੇਸ਼ ਦੇ ਨਾਲ ਤਰੋ ਯਾਰੋ। ਦਾਗ ਕੌਮ ਦੇ ਮੱਥੇ ਨਾ ਲਾ ਜਾਣਾ, ਕਰਕੇ ਦੇਸ਼ ਦੇ ਨਾਲ ਤਰੋ ਯਾਰੋ। ਦਾਗ ਕੌਮ ਦੇ ਮੱਥੇ ਨਾ ਲਾ ਜਾਣਾ। ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਟਾ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਉਸੇ ਰਾਸਤੇ ਤੁਸੀਂ ਵੀ ਆ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕੇਤੇ ਦਿਲਾਂ ਚੋਂ ਨਾ ਭੁਲਾ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕੇਤੇ ਦਿਲਾਂ ਚੋਂ ਨਾ ਭੁਲਾ ਜਾਣਾ। ਕੇਤੇ ਦਿਲਾਂ ਚੋਂ ਨਾ ਭੁਲਾ ਜਾਣਾ, ਕੇਤੇ ਦਿਲਾਂ ਚੋਂ ਨਾ ਭੁਲਾ ਜਾਣਾ। ਉਹ ਪਰਿਸਥਿਤੀਆਂ ਬੜੀਆਂ ਦੁਖਦਾਈ ਸਨ, ਜਿਸ ਕਾਰਨ ਹਜ਼ਾਰਾਂ ਨੌਜਵਾਨਾਂ ਨੂੰ ਮਜ਼ਦੂਰੀ ਕਰਨ ਵਾਸਤੇ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੁਖਦਾਈ ਪਰਿਸਥਿਤੀ ਲਈ ਬਰਤਾਨਵੀ ਹੁਕਮਰਾਨ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਹਿੰਦੁਸਤਾਨ ਅੰਦਰ ਰੁਜ਼ਗਾਰ ਦੇ ਸਾਧਨ ਤਬਾਹ ਕਰ ਦਿੱਤੇ। ਉਸ ਵੇਲੇ ਨੌਜਵਾਨਾਂ ਦੇ ਦਿਲਾਂ ਵਿੱਚੋਂ ਇਹ ਹੂਕ ਆਮ ਨਿਕਲਦੀ ਸੀ, ਦੇਸ਼ ਭੈਣ ਤੱਕੇ ਬਾਹਰ ਮਿਲੇ ਟੋਈ ਨਾ, ਦੇਸ਼ ਭੈਣ ਤੱਕੇ ਬਾਹਰ ਮਿਲੇ ਟੋਈ ਨਾ। ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗਦਰੀ ਬਾਬਿਆਂ ਦਾ ਹਰ ਸਾਲ ਲੱਗਣ ਵਾਲਾ ਮੇਲਾ ਕੇਵਲ ਰਸਮੀ ਯਾਦਾਂ ਦਾ ਨਹੀਂ, ਸਗੋਂ ਗਦਰੀਆਂ ਦੇ ਚਿਤਵੇ ਬਰਾਬਰੀ ਦੇ ਇਨਸਾਫ ਆਧਾਰਿਤ ਸਮਾਜ ਦੇ ਸੁਪਨਿਆਂ ਨੂੰ ਮੁੜ ਪੂਰਾ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ। ਖਾਂਗੇ ਹੱਕ
ਅਕਾਲੀਆਂ ਨੂੰ ਫਾਂਸੀ ਲਾਏ ਜਾਣ ਤੇ ਪੰਜਾਬੀ ਯੁਵਕ ਨਾਂ ਦੇ ਹੇਠ ਭਗਤ ਸਿੰਘ ਨੇ ਲੇਖ ਲਿਖਿਆ। ਬੱਬਰ ਅਕਾਲੀ ਫਾਂਸੀ ਤੇ ਹੋਲੀ ਦੇ ਦਿਨ ਖੂਨ ਦੇ ਛਿੱਟੇ। ਉਸ ਵੇਲੇ ਭਗਤ ਸਿੰਘ ਘਰੋਂ ਭੱਜ ਕੇ ਕਾਨਪੁਰ ਗਿਆ ਹੋਇਆ ਸੀ। ਕਾਨਪੁਰ ਹਿੰਦੀ ਦੇ ਹਫ਼ਤਾਵਾਰ ਅਖਬਾਰ ਪ੍ਰਤਾਪ ਦੇ ਸੰਪਾਦਕੀ ਮੰਡਲ 'ਚ ਕੰਮ ਕਰਦਾ ਸੀ ਭਗਤ ਸਿੰਘ। ਲਾਹੌਰ ਦੇ ਬਹੁਤੇ ਵਾਸੀ ਜੋ ਹੋਲੀ 'ਚ ਮਸਤ ਰਹੇ ਤਾਂ ਇਹਦੀ ਭਾਰੀ ਕੀਮਤ ਦੇਣੀ ਪਈ। ਪਰ ਕਮਾਲ ਦੀ ਗੱਲ ਹੈ, 18 ਵਰਿਆਂ ਦੇ ਭਗਤ ਸਿੰਘ ਨੂੰ ਇਹਨਾਂ ਸ਼ਹਾਦਤਾਂ ਨੇ ਝੰਜੋੜ ਕੇ ਰੱਖ ਦਿੱਤਾ। ਇਸ ਸਮੇਂ ਭਗਤ ਸਿੰਘ ਦਾ ਲੇਖ 15 ਮਾਰਚ 1926 ਦੇ ਪ੍ਰਤਾਪ ਅਖਬਾਰ 'ਚ ਛਪਿਆ, ਜਿਸ ਵਿੱਚ ਭਗਤ ਸਿੰਘ ਨੇ ਇਹੋ ਜਿਹੀ ਤੜਫਦੀ ਹੋਈ ਭਾਵਨਾ ਪ੍ਰਗਟ ਕੀਤੀ।
ਕਿਸਾਨੀ ਨੂੰ ਵਕਤ ਮਾਰਦਾ ਵਾਜਾ ਕਿਰਤੀ ਤੇ ਕਿਸਾਨੀ ਨੂੰ। ਦੁਨੀਆ ਭਰ ਦੇ ਵਿੱਚ ਵਸਦੇ ਹੋਏ तमाम ਪੰਜਾਬੀਆਂ ਨੂੰ ਧਰਮਿੰਦਰ ਮਸਾਣੀ ਦਾ ਸਲਾਮ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ 30ਵੇਂ ਮੇਲੇ ਗਦਰੀ ਬਾਬਿਆਂ ਦਾ ਮੇਲਾ, ਸਥਾਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ। ਦੋਸਤੋ, ਮੈਂ ਚੰਦ ਸ਼ਬਦ ਮੇਲੇ ਬਾਰੇ ਬੋਲਣਾ ਚਾਹੁੰਦਾ ਹਾਂ। ਅੱਜ ਪੂਰੀ ਦੁਨੀਆ ਦੇ ਵਿੱਚੋਂ, ਆਪਾਂ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ ਕਹਿ ਸਕਦੇ, ਆਪਾਂ ਪੂਰੇ ਭਾਰਤ ਦੇ ਵਿੱਚੋਂ ਨਹੀਂ ਕਹਿ ਸਕਦੇ। ਦੋਸਤੋ, ਇਸ ਗਦਰੀ ਬਾਬਿਆਂ ਦੀ ਲਸਾਨੀ ਸ਼ਹਾਦਤ ਨੂੰ, ਲਸਾਨੀ ਸੰਘਰਸ਼ ਨੂੰ, ਆਜ਼ਾਦੀ ਦੇ ਪਰਵਾਨਿਆਂ ਨੂੰ, ਉਹਨਾਂ ਦੀਆਂ ਲਸਾਨੀ ਸੰਘਰਸ਼ਾਂ ਨੂੰ, ਉਹਨਾਂ ਦੀਆਂ ਲੜਾਈਆਂ ਨੂੰ ਦਰਸਾਉਂਦਾ ਮੇਲਾ ਗਦਰੀ ਬਾਬਿਆਂ ਦੇ ਨੂੰ ਅੱਜ ਦੇਖਣ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਏ ਨੇ। ਦੋਸਤੋ, ਕੈਨੇਡਾ, ਅਮਰੀਕਾ, ਯੂਰਪ ਦੇ ਵਿੱਚੋਂ, ਜਿੰਨੀਆਂ ਅਰਬ ਏਸ਼ੀਆ ਦੇ ਵਿੱਚੋਂ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਨੇ। ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨੇ, ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਸਟੂਡੈਂਟ ਨੇ, ਜਿਹੜੇ ਬੱਚੇ ਪੜ੍ਹ ਰਹੇ ਨੇ, ਯੂਨੀਵਰਸਿਟੀਆਂ ਦੇ ਬੱਚੇ ਨੇ, ਜਿਹੜੇ ਸੰਘਰਸ਼ਾਂ ਦੀ ਬਾਤ ਪਾਉਂਦੇ ਨੇ, ਸੰਘਰਸ਼ਾਂ ਦੇ ਪਾਂਧੀ ਨੇ, ਅੱਜ ਉਹ ਗਦਰੀ ਬਾਬਿਆਂ ਦੇ ਮੇਲੇ ਤੇ, ਅੱਜ ਇਸ ਮਹਾਨ ਮੇਲੇ ਨੂੰ ਦੇਖਣ ਦੇ ਲਈ ਪਹੁੰਚੇ ਆ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਅੰਗਾਰਾਂ ਤੇ ਕਦਮ ਰੱਖਣਾ, ਅੰਗਾਰਾਂ ਤੇ ਕਦਮ ਰੱਖਣਾ, ਅੰਗਾਰਾਂ ਤੇ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਇਨਕਲਾਬ ਜ਼ਿੰਦਾਬਾਦ। ਅੱਜ ਅਸੀਂ ਮੇਲਾ ਗਦਰੀ ਬਾਬਿਆਂ ਦੇ ਮੇਲੇ 'ਚ ਜੁੜੇ ਹਾਂ। ਇਹ ਉਹ ਮੇਲਾ ਹੈ ਜਿੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਨੌਜਵਾਨੀ ਇਹ ਸਾਰੀ ਮੇਲੇ ਵਿੱਚ ਆਉਂਦੀ ਹੈ। ਨਵੀਂ ਸੋਚ ਤੇ ਨਵੀਆਂ ਪੈੜਾਂ ਵਿੱਚ ਤੁਰਨ ਦਾ ਸੰਦੇਸ਼ ਦਿੰਦੀ ਹੈ। ਅੱਜ ਮੇਲੇ ਵਿੱਚ ਅਸੀਂ ਝੰਡੇ ਦਾ ਗੀਤ ਕੀਤਾ। ਸਾਰੀਆਂ ਪੰਜਾਬ ਦੀਆਂ ਟੀਮਾਂ ਨੇ ਰਲ ਕੇ ਬਹੁਤ ਵਧੀਆ ਝੰਡੇ ਦਾ ਗੀਤ ਹੋਇਆ। ਮੇਲਾ ਗਦਰੀ ਬਾਬਿਆਂ ਦਾ ਬੜੀ ਉੱਚੀ ਸੋਚ ਹੈ। ਬਸ ਇੰਨਾ ਹੀ ਕਹਿੰਦੀ ਹੋਈ, ਇਨਕਲਾਬ ਜਿੰਦਾਬਾਦ। ਮੈਂ ਕਵੀ ਸੁਖਦੇਵ ਸਿੰਘ ਗੰਢਵਾ ਫਗਵਾੜਾ ਤੋਂ ਗਦਰੀ ਬਾਬਿਆਂ ਦੀ ਜੋ ਯਾਦ ਵਿੱਚ ਦਿਵਸ ਮਨਾਇਆ ਜਾ ਰਿਹਾ ਆ, ਉਹਦੇ ਵਿੱਚ ਸ਼ਾਮਲ ਹੋਇਆ ਅਤੇ ਜੋ ਇੱਥੇ ਪ੍ਰੋਗਰਾਮ ਚੱਲ ਰਹੇ ਆ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਜੋ ਇੱਥੇ ਨਾਟਕ ਖੇਡੇ ਜਾ ਰਹੇ ਆ, ਗੀਤ ਗਾਏ ਜਾ ਰਹੇ ਆ, ਕੋਰੀਓਗ੍ਰਾਫੀਆਂ ਹੋ ਰਹੀਆਂ ਆ, ਇਹਨਾਂ ਦਾ ਆਪਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਬਹੁਤ ਫਾਇਦਾ ਹੋਊਗਾ, ਕਿਉਂਕਿ ਦੇਸ਼ ਭਗਤਾਂ ਦੀ ਜੀਵਨੀ ਦੇ ਸੰਬੰਧੀ ਜੋ ਰਚਨਾਵਾਂ ਹੁੰਦੀਆਂ ਆ ਇਹ ਇੱਕ ਸਮਾਜ ਨੂੰ ਬਹੁਤ ਸੇਧ ਦਿੰਦੀਆਂ। ਇਹ ਆਪਣੇ ਸਮਾਜ ਦੇ ਜਿਹੜੇ ਬੱਚੇ ਹੈਗੇ ਆ ਚੰਗੇ ਰਸਤੇ ਪੈਣਗੇ ਅਤੇ ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਊਗੀ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ 1 ਨਵੰਬਰ ਨੂੰ ਯਾਦਗਾਰੀ ਮੇਲਾ ਮਨਾਇਆ ਜਾਂਦਾ। ਇਸ ਮੇਲੇ ਦੀ ਇੱਕ ਵਿਲੱਖਣਤਾ ਇਹ ਹੈ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਵਿਲੱਖਣਤਾ ਇਹ ਹੈ ਕਿ ਵੀ ਇਸ ਮੇਲੇ ਦੇ ਵਿੱਚ ਕਿਤਾਬਾਂ ਦੇ ਸਟਾਲ ਲਗਾਏ ਜਾਂਦੇ ਹਨ। ਸਾਹਿਤ ਪ੍ਰੇਮੀ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀਆਂ ਮਨਪਸੰਦ ਜਿਹੜੀਆਂ ਕਿਤਾਬਾਂ ਉਹ ਖਰੀਦਦੇ ਰਹੇ ਨੇ। ਕਹਾਣੀਕਾਰਾਂ ਨੂੰ ਮਿਲਦੇ ਹਨ, ਕਵੀ ਜਿਹੜੇ ਆ ਉਹਨਾਂ ਨੂੰ ਮਿਲਦੇ ਹਨ। ਮੈਂ ਸੁਖਨਵਰਾਂ ਦੇ ਸੁਪਨੇ ਤੱਕਾਂ, ਖੋਲ੍ਹਾਂ ਜਦੋਂ ਕਿਤਾਬਾਂ। ਪਾਬਲੋ ਨਰੂਦਾ ਜੀ ਨੇ ਕਿਹਾ ਸੀ, ਜਦੋਂ ਮੈਂ ਕਿਤਾਬਾਂ ਫੜ ਕੇ ਹਟਦਾ ਹਾਂ ਤਾਂ ਜ਼ਿੰਦਗੀ ਦੇ ਵਰਕੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਇਸ ਕਿਤਾਬਾਂ ਦੇ ਪਿਆਰ ਭਰੇ ਮੇਲੇ ਵਿੱਚ। ਮੈਂ ਤੁਹਾਡਾ ਆਪਣਾ ਬਲਵਿੰਦਰ ਦਿਲਦਾਰ। ਅੱਜ ਮੈਂ ਵੀ ਇਸ ਜੋ ਗਦਰੀ ਬਾਬਾ ਜੀ ਦਾ ਮੇਲਾ ਆ ਉਹਦੇ ਵਿੱਚ ਮੈਂ ਬਹੁਤ ਕੁਝ ਸਿੱਖਣ ਲਈ ਆਇਆ ਹੋਇਆ। ਔਰ ਇੱਥੇ ਹਰ ਤਰ੍ਹਾਂ ਦੀ ਉਹਨਾਂ ਨੇ ਦੇਖੋ ਕਿਤਾਬਾਂ ਦੇਖੋ ਇੱਕ ਜਿਹੜੀਆਂ ਕਿ ਸਾਨੂੰ ਕੁਝ ਸਿਖਾਉਂਦੀਆਂ ਨੇ, ਕੁਝ ਕਹਿਣਾ ਚਾਹੁੰਦੀਆਂ ਨੇ। ਬੇਸ਼ੱਕ ਇਹ ਚੁੱਪ ਨੇ ਪਰ ਇਹਨਾਂ ਵਿੱਚ ਰਾਜ ਬੜੇ ਆ, ਤੇ ਜਿਹੜਾ ਰਾਜ ਇਹਨਾਂ ਦੇ ਪੜ੍ਹ ਲੈਂਦਾ ਆ ਤੇ ਉਹਦੇ ਵਿੱਚ ਆਟੋਮੈਟਿਕ ਪੰਜਾਬੀਅਤ, ਉਹਨਾਂ ਦੀ ਗੈਰਤ ਜਾਗ ਜਾਂਦੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਸਾਨੂੰ ਇਸ ਗਦਰੀ ਬਾਬਿਆਂ ਦੇ ਮੇਲੇ ਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ
ਇਸ ਪੁਸਤਕਾਂ ਦੇ ਭੰਡਾਰ ਵਿੱਚ, ਪੁਸਤਕਾਂ ਦੇ ਮੇਲੇ ਵਿੱਚ ਬਹੁਤ ਸਾਰੀ ਮਹਾਨ ਵਿਦਵਾਨ ਸ਼ਖਸੀਅਤਾਂ ਦਾ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਸੋ ਇਹ ਸਾਰੀ ਟਰਸਟ ਦਾ ਤੇ ਧੰਨਵਾਦ ਹੈਗਾ ਹੀ ਹੈ। ਤੇ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਪੁਸਤਕਾਂ ਦੇ ਮੇਲੇ ਵਿੱਚ ਅਸੀਂ ਕੁਝ ਅਲੌਕਿਕ ਜਿਹੀਆਂ, ਯੂਨੀਕ ਜਿਹੀਆਂ ਪੁਸਤਕਾਂ ਜੋ ਲੈ ਕੇ ਆਏ ਹਾਂ, ਜਿਹੜੀਆਂ ਕਿ ਸਾਡੇ ਜੀਵਨ ਦਾ ਆਦਰਸ਼ ਪ੍ਰਸਤੁਤ ਕਰਦੀਆਂ ਨੇ, ਕਿਸ ਤਰ੍ਹਾਂ ਅਸੀਂ ਜੀਵਨ ਜਿਉਣਾ ਹੈ। ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ, ਆਪ ਜੀ ਦੇਖ ਰਹੇ ਹੋ ਇਹ ਸਾਰੀਆਂ ਪੁਸਤਕਾਂ ਜਿਹੜੀਆਂ ਨੇ ਕੋਈ ਜ਼ਿਆਦਾ ਭੰਡਾਰ ਨਹੀਂ ਹੈ, ਪਰ ਇਹਨਾਂ ਵਿੱਚੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ। ਜਿੱਦਾਂ ਮੈਂ ਗੁਰਬਾਣੀ ਦਰਸ਼ਨ ਦੀ ਗੱਲ ਕਰਨ ਜਾ ਰਹੀ ਹਾਂ ਕਿ ਇਹ ਜੋ ਹੈਗੀ ਹੈ ਰਚਨਾ, ਇਹ ਸਾਰੀ ਪੁਸਤਕ ਹੈ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਹੈ, ਜਿਨ੍ਹਾਂ ਨੇ ਇਹ ਸਾਰੀ ਪੁਸਤਕ ਨੂੰ ਸੰਜੋਇਆ ਹੈ। ਤੇ ਇੱਕ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਇੱਕ ਬੜੇ ਅਲੌਕਿਕ ਫੋਟੋਗ੍ਰਾਫਰ ਤਾਂ ਹੈਗੇ ਹੀ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਅਵਾਰਡ ਮਿਲ ਚੁੱਕੇ ਨੇ, ਨਾਲ ਵਰਤਮਾਨ ਨਾਮਧਾਰੀ ਮੁਖੀ ਵੀ ਹੈ, ਅਧਿਆਤਮਕ ਗੁਰੂ ਵੀ ਹੈ। ਇਹਨਾਂ ਨੇ ਆਪਣੇ ਕੈਮਰੇ ਰਾਹੀਂ ਇਹ ਸਾਰੀ ਤਸਵੀਰਾਂ ਨੂੰ ਖਿੱਚਿਆ, ਕੁਦਰਤ ਦੇ ਨਜ਼ਾਰਿਆਂ ਨੂੰ ਕਲਿੱਕ ਕੀਤਾ, ਆਪਣੇ ਕੈਮਰੇ 'ਚ ਕੈਪਚਰ ਕੀਤਾ ਤੇ ਉਸ ਨੂੰ ਗੁਰਬਾਣੀ ਰਾਹੀਂ ਦਰਸਾਇਆ ਹੈ ਜੀ, ਔਰ ਤਿੰਨੋਂ ਭਾਸ਼ਾਵਾਂ ਵਿੱਚ ਦਰਸਾਇਆ ਹੈ। ਤੇ ਇਹ ਹਰ ਇੱਕ ਜਿਹੜੀ ਤਸਵੀਰ ਹੈ ਉਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਸੁਮੇਲ ਕੀਤਾ ਹੋਇਆ ਜੀ। ਤੁਸੀਂ ਦੇਖ ਸਕਦੇ ਹੋ ਹਰ ਇੱਕ ਤਸਵੀਰ ਨੂੰ ਕਿਸ ਤਰ੍ਹਾਂ ਕੋਰਿਲੇਟ ਕਰਕੇ ਦਰਸਾਇਆ ਹੈ ਤੇ ਹਰ ਇੱਕ ਤਸਵੀਰ ਸਾਨੂੰ ਕੁਝ ਸਿਖਾਉਂਦੀ ਹੈ, ਜੀਵਨ ਦਾ ਆਦਰਸ਼ ਪ੍ਰਸਤੁਤ ਕਰਦੀ ਹੈ, ਜੀਵਨ ਜਾਂਚ ਦੱਸਦੀ ਹੈ। ਜਿਵੇਂ ਇਹ ਦੇਖ ਸਕਦੇ ਹੋ ਤੁਸੀਂ ਤਸਵੀਰ, ਸੂਰਜ ਦੇ ਉदय ਹੋਣ ਦੀ ਤਸਵੀਰ ਹੈ। अव्वल अल्लाह नूर उपाया कुदरत के सब बंदे, एक नूर ते सब जग उपजिया कौन भले को मंदे। सो हर एक तस्वीर सानू एक विलक्षण जड़ी है जीवन जाच दसदी है, सानू सीखण नू मिलता है बड़ा कुछ। सो अज दी युवा पीढ़ी नू, अज दे नौजवानां नू, अज दे समाज नू, विद्वानां नू भी हर एक लई यह लाहेवंद है जी। मेरा नाम रमनदीप सिंह है, मैं अमरदीप सैकेंडरी स्कूल मुकंदपुर का विद्यार्थी हाँ। मैनू किताबां पढ़न का बहुत शौक है, मैं इत्थे अपनियां मनपसंद किताबां लैण आया हाँ। राजगुरु सुखदेव भगत सिंह ने फांसी का रस्सा गल विच पाया सी, शहीदां दी कुर्बानी ने देश आज़ाद करवाया सी, शहीदां दी कुर्बानी ने देश आज़ाद करवाया सी। मैं नवनूर पॉलीटैक्निक कॉलेज बहराम का विद्यार्थी अज इस गदरी बाबियां दे मेले ते आके बहुत माण महसूस कर रहा। इत्थे किताबां दे भंडार विच जिहड़ा किताबां दे दरिया विच जिहड़ियां तारियां ला रहे मेरे होर साथी, सारिਆਂ ਨੂੰ बहुत बहुत मुबारकां। ਤੇ मैं अपनी गल अगे तोड़दा कि ਚੱਲਣ ਲੱਗੀਆਂ ਸੀ ਵੱਖ-ਵੱਖ ਲਹਿਰਾਂ ਤੇ ਜੁੜਨ ਲੱਗੇ ਲੋਕ ਸੀ, ਅੰਗਰੇਜ਼ਾਂ ਨੂੰ ਪਤਾ ਲੱਗਾ ਉਹ ਕਰਨ ਲੱਗੇ ਰੋਕ ਟੋਕ ਸੀ, ਅੰਗਰੇਜ਼ਾਂ ਨੇ ਕਈ ਸ਼ਹੀਦਾਂ ਨੂੰ ਫਾਂਸੀ ਤੇ ਚੜਾਇਆ ਸੀ, ਸ਼ਹੀਦਾਂ ਦੀ ਕੁਰਬਾਨੀ ਨੇ ਦੇਸ਼ ਆਜ਼ਾਦ ਕਰਵਾਇਆ ਸੀ, ਸ਼ਹੀਦਾਂ ਦੀ ਕੁਰਬਾਨੀ ਨੇ ਦੇਸ਼ ਆਜ਼ਾਦ ਕਰਵਾਇਆ ਸੀ। ਦੋਸਤੋ मैं अपनी एक साझा काव्य संग्रह आया सरदल टंगे शब्द, इस विच मेरियां 3 कवितावां जिहड़ियां वो दर्ज ने। इस दे संपादक कंवरजीत सिंह जी ते गुरपिंदर सिंह जी, उन्हां नूं बहुत बहुत मुबारकां। मैं तुहाडा सुखराज कैफे वर्ल्ड पब्लिकेशन तो अज असी हैगे आ देश भगत यादगार हाल दे विहड़े जलंधर विखे। ਇਹ ਪੁਸਤਕ ਮੇਲਾ ਜਿਹੜਾ ਇਹ ਬਹੁਤ ਨਾਲ ਹੀ ਜੁੜਿਆ ਹੋਇਆ ਗਦਰੀ ਬਾਬਿਆਂ ਦੇ ਮੇਲੇ ਦੇ ਨਾਲ, ਤੇ ਬਹੁਤ ਹੀ ਸੋਹਣਾ ਪ੍ਰਬੰਧ ਹੁੰਦਾ ਇੱਥੇ ਕਮੇਟੀ ਵੱਲੋਂ। ਤੇ ਹੁਮ ਹਮਾ ਕੇ ਸਾਰੇ ਪੰਜਾਬ ਦੇ ਵਿੱਚੋਂ, ਹਰਿਆਣਾ, ਰਾਜਸਥਾਨ ਤੇ ਹੋਰ ਵੀ ਆਸੇ-ਪਾਸੇ ਪ੍ਰਾਂਤਾਂ ਦੇ ਵਿੱਚੋਂ ਇੱਥੇ ਲੋਕ ਆਉਂਦੇ ਆ, ਹੈ ਨਾ। ਤੇ ਕਿਤਾਬਾਂ ਦਾ ਜਿਹੜਾ ਮੇਲਾ ਹੈਗਾ ਇਹ ਲੰਬਾ ਧੁਰ ਤੱਕ ਜਿਹੜਾ ਜੁੜਿਆ ਹੋਇਆ, ਘੱਟੋ ਘੱਟ ਮੈਨੂੰ ਲੱਗਦਾ 50-60 ਸਟਾਲ ਹੋਣਗੇ ਜਿਹੜੇ ਉਹ ਸਾਰੇ ਦੋਸਤ ਮਿੱਤਰ ਇੱਥੇ ਆਪਣੀਆਂ ਕਿਤਾਬਾਂ ਲੈ ਕੇ ਪਹੁੰਚਦੇ ਆ ਤੇ ਲੋਕੀ ਆਪਣੀਆਂ ਸਪੈਸ਼ਲੀ ਕਿਤਾਬਾਂ ਲੈਣ ਇੱਥੇ ਆਉਂਦੇ ਹੈਗੇ ਆ। ਗਦਰੀ ਬਾਬਿਆਂ ਦਾ ਮੇਲਾ ਜਦੋਂ ਤੋਂ ਲੱਗਣਾ ਸ਼ੁਰੂ ਹੋਇਆ ਹੈਗਾ ਦੇਸ਼ ਭਗਤ ਯਾਦਗਾਰ ਹਾਲ ਵਿੱਚ ਜਲੰਧਰ 'ਚ, ਅਸੀਂ ਉਸ ਪਹਿਲੇ ਮੇਲੇ ਤੋਂ ਹੀ ਲਗਾਤਾਰ ਇਸ ਮੇਲੇ ਦੇ ਵਿੱਚ ਆਉਂਦੇ ਹਾਂ। ਔਰ ਆਪਣਾ ਜਿਹੜਾ ਦਲਿਤ ਸਾਹਿਤ ਸੈਂਟਰ ਹੈ ਸਾਡਾ, ਉਹਦੇ ਵੱਲੋਂ ਦਲਿਤ ਸਾਹਿਤ ਦੇ ਉੱਤੇ ਜਿਹੜੇ ਮਜ਼ਦੂਰ ਗਰੀਬਾਂ ਦੇ ਉੱਤੇ ਉਹਨਾਂ ਦੀਆਂ ਦੁੱਖਾਂ ਦਰਦਾਂ ਨਾਲ ਸੰਬੰਧਿਤ ਜਿਹੜਾ ਡਾਕਟਰ ਅੰਬੇਦਕਰ ਲਿਟਰੇਚਰ ਹੈਗਾ, ਉਹਦੇ ਉੱਤੇ ਅਸੀਂ ਜਿਹੜਾ ਸਾਰੀਆਂ ਆਪਣਾ ਕਿਤਾਬਾਂ ਦਾ ਸਟਾਲ ਲਾਉਂਦੇ ਹੈਗੇ ਆ। ਬਹੁਤ ਵਧੀਆ ਸਾਹਿਤ ਪੜ੍ਹਨ ਨੂੰ ਮਿਲਦਾ ਤੇ ਹੋਰ ਨਾਟਕ ਸਭ ਕੁਝ ਦੇਖਣ ਨੂੰ ਬਹੁਤ ਵਧੀਆ ਜੀ। ਕਿਸਾਨੀ ਅੰਦੋਲਨ ਦੇ ਬਾਬਰ ਅਕਾਲੀ ਲਹਿਰ ਬਾਰੇ ਵੀ ਤੇ ਹੋਰ ਦੇਸ਼ ਭਗਤਾਂ ਬਾਰੇ ਵੀ ਕਾਫੀ ਜਾਣਕਾਰੀ ਮਿਲਦੀ ਆ। ਧੰਨਵਾਦ ਜੀ। सेवा देश दी जिंदड़िए बड़ी औखी ते गल्लां करनियां ढेर सुखलियां ने,
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਫਾਸੀਵਾਦ ਮੁਰਦਾਬਾਦ, ਫਾਸੀਵਾਦ ਮੁਰਦਾਬਾਦ ਹਮੇਸ਼ਾ, ਫਾਸੀਵਾਦ ਮੁਰਦਾਬਾਦ, ਫਾਸੀਵਾਦ ਮੁਰਦਾਬਾਦ, ਫਾਸੀਵਾਦ ਮੁਰਦਾਬਾਦ, ਫਾਸੀਵਾਦ ਮੁਰਦਾਬਾਦ, ਫਾਸੀਵਾਦ मुर्दाबाद, फासीवाद मुर्दाबाद। अब जीत गए फनकार हुए, क्या मार बने क्या मार हुए, कायर असली फनकार हुए, आपसे पहले यलकार हुए।